ਓਮ ਸ਼ਾਂਤੀ। ਅੱਜ ਸੁਣਦੇ ਹਾਂ 25 ਅਕਤੂਬਰ ਦੇ ਬਾਬਾ ਦੇ ਅਵਿਅਕਤ ਮਹਾਵਾਕਿਆ। ਰਿਵਾਈਜ਼ ਕੋਰਸ ਦੀ ਮੁਰਲੀ ਹੈ 9 ਅਪ੍ਰੈਲ 1986 ਦੀ। ਮੁਰਲੀ ਦਾ ਸਾਰ ਹੈ ਸੱਚੇ ਸੇਵਾਧਾਰੀ ਦੀ ਨਿਸ਼ਾਨੀ। ਸੱਚੇ ਸੇਵਾਧਾਰੀ ਦੀ ਨਿਸ਼ਾਨੀ। ਅੱਜ ਗਿਆਨ ਸੂਰਜ, ਗਿਆਨ ਚੰਦਰਮਾ ਆਪਣੇ ਧਰਤੀ ਦੇ ਤਾਰਾ ਮੰਡਲ ਵਿੱਚ ਸਾਰੇ ਸਿਤਾਰਿਆਂ ਨੂੰ ਵੇਖ ਰਹੇ ਨੇ। ਸਿਤਾਰੇ ਸਾਰੇ ਚਮਕਦੇ ਹੋਏ ਆਪਣੀ ਚਮਕ ਤੇ ਰੋਸ਼ਨੀ ਦੇ ਰਹੇ ਨੇ। ਵੱਖ-ਵੱਖ ਸਿਤਾਰੇ ਨੇ, ਕੋਈ ਵਿਸ਼ੇਸ਼ ਗਿਆਨ ਸਿਤਾਰੇ ਨੇ, ਕੋਈ ਸਹਿਜਯੋਗੀ ਸਿਤਾਰੇ ਨੇ, ਕੋਈ ਗੁਣਦਾਨ ਮੂਰਤ ਸਿਤਾਰੇ ਨੇ, ਕੋਈ ਨਿਰੰਤਰ ਸੇਵਾਧਾਰੀ ਸਿਤਾਰੇ ਨੇ, ਕੋਈ ਹਮੇਸ਼ਾ ਸੰਪੰਨ ਸਿਤਾਰੇ ਨੇ। ਸਭ ਤੋਂ ਸ੍ਰੇਸ਼ਟ ਨੇ ਹਰ ਸੈਕਿੰਡ ਸਫਲਤਾ ਦੇ ਸਿਤਾਰੇ। ਨਾਲ-ਨਾਲ ਕੋਈ ਸਿਰਫ ਉਮੀਦਾਂ ਦੇ ਸਿਤਾਰੇ ਵੀ ਨੇ। ਕਿਤੇ ਉਮੀਦਾਂ ਦੇ ਸਿਤਾਰੇ ਤੇ ਕਿਤੇ ਸਫਲਤਾ ਦੇ ਸਹਾਰੇ ਸਿਤਾਰੇ। ਦੋਨਾਂ ਵਿੱਚ ਮਹਾਨ ਅੰਤਰ ਹੈ, ਪਰ ਹੈ ਤਾਂ ਦੋਵੇਂ ਸਿਤਾਰੇ ਨਾ। ਹਰ ਇੱਕ ਵੱਖ-ਵੱਖ ਸਿਤਾਰਿਆਂ ਦਾ ਵਿਸ਼ਵ ਦੀਆਂ ਆਤਮਾਵਾਂ ਤੇ ਪ੍ਰਕਿਰਤੀ ਤੇ ਆਪਣਾ-ਆਪਣਾ ਪ੍ਰਭਾਵ ਪੈ ਰਿਹਾ ਹੈ। ਸਫਲਤਾ ਦੇ ਸਿਤਾਰੇ ਚਾਰੋਂ ਪਾਸੇ ਆਪਣਾ ਉਮੰਗ-ਉਤਸ਼ਾਹ ਦਾ ਪ੍ਰਭਾਵ ਪਾ ਰਹੇ ਨੇ। ਉਮੀਦਾਂ ਦੇ ਸਿਤਾਰੇ ਆਪ ਵੀ ਕਦੇ ਮੁਹੱਬਤ, ਕਦੇ ਮਿਹਨਤ ਦੋਵੇਂ ਪ੍ਰਭਾਵ ਵਿੱਚ ਰਹਿਣ ਕਾਰਨ ਦੂਜਿਆਂ ਵਿੱਚ ਅੱਗੇ ਵਧਣ ਦੀ ਉਮੀਦ ਰੱਖ ਵਧਦੇ ਜਾ ਰਹੇ ਨੇ। ਤਾਂ ਹਰ ਇੱਕ ਆਪਣੇ ਆਪ ਤੋਂ ਪੁੱਛੇ, ਮੈਂ ਕਿਹੜਾ ਸਿਤਾਰਾ ਹਾਂ? ਸਾਰਿਆਂ ਵਿੱਚ ਗਿਆਨ ਯੋਗ ਗੁਣਾਂ ਦੀ ਧਾਰਨਾ, ਸੇਵਾ ਭਾਵ ਤਾਂ ਹੈ ਹੀ, ਪਰ ਸਭ ਹੁੰਦੇ ਹੋਏ ਵੀ ਕਿਸੇ ਵਿੱਚ ਗਿਆਨ ਦੀ ਚਮਕ ਹੈ, ਕਿਸੇ ਵਿੱਚ ਵਿਸ਼ੇਸ਼ ਯਾਦ ਦੀ, ਯੋਗ ਦੀ ਹੈ, ਤੇ ਕੋਈ ਆਪਣੇ ਗੁਣ ਮੂਰਤ ਦੀ ਚਮਕ ਤੋਂ ਵਿਸ਼ੇਸ਼ ਆਕਰਸ਼ਿਤ ਕਰ ਰਿਹਾ ਹੈ। ਚਾਰੋਂ ਹੀ ਧਾਰਨਾ ਹੁੰਦੇ ਹੋਏ ਪਰਸੈਂਟੇਜ ਵਿੱਚ ਅੰਤਰ ਹੈ। ਇਸ ਲਈ ਵੱਖ-ਵੱਖ ਸਿਤਾਰੇ ਚਮਕਦੇ ਹੋਏ ਵਿਖਾਈ ਦੇ ਰਹੇ ਨੇ। ਇਹ ਰੂਹਾਨੀ ਵਚਿੱਤਰ ਤਾਰਾ ਮੰਡਲ ਹੈ। ਆਪ ਰੂਹਾਨੀ ਸਿਤਾਰਿਆਂ ਦਾ ਪ੍ਰਭਾਵ ਵਿਸ਼ਵ ਤੇ ਪੈਂਦਾ ਹੈ ਤਾਂ ਵਿਸ਼ਵ ਦੇ ਸਥੂਲ ਸਿਤਾਰਿਆਂ ਦਾ ਪ੍ਰਭਾਵ ਵੀ ਵਿਸ਼ਵ ਤੇ ਪੈਂਦਾ ਹੈ। ਜਿਵੇਂ ਜਿੰਨਾ ਜ਼ਿਆਦਾ ਘੋਰ ਹਨੇਰਾ ਹੁੰਦਾ ਹੈ, ਸਿਤਾਰਿਆਂ ਦੀ ਰਿਮਝਿਮ ਜ਼ਿਆਦਾ ਸਪਸ਼ਟ ਵਿਖਾਈ ਦਿੰਦੀ ਹੈ। ਐਵੇਂ ਅਪ੍ਰਾਪਤੀ ਦਾ ਹਨੇਰਾ ਵੱਧਦਾ ਜਾ ਰਿਹਾ ਹੈ, ਤੇ ਜਿੰਨਾ ਵੱਧਦਾ ਜਾ ਰਿਹਾ ਹੈ, ਵੱਧਦਾ ਜਾਏਗਾ, ਓਨਾ ਹੀ ਤੁਸੀਂ ਰੂਹਾਨੀ ਸਿਤਾਰਿਆਂ ਦਾ ਵਿਸ਼ੇਸ਼ ਪ੍ਰਭਾਵ ਅਨੁਭਵ ਕਰਦੇ ਜਾਓਗੇ। ਸਾਰਿਆਂ ਨੂੰ ਧਰਤੀ ਦੇ ਚਮਕਦੇ ਹੋਏ ਸਿਤਾਰੇ ਜੋਤੀ ਬਿੰਦੂ ਦੇ ਰੂਪ ਵਿੱਚ ਪ੍ਰਕਾਸ਼ਮਾਨ ਕਾਇਆ ਫਰਿਸ਼ਤਿਆਂ ਦੇ ਰੂਪ ਵਿੱਚ ਵਿਖਾਈ ਦੇਣਗੇ। ਜਿਵੇਂ ਹੁਣ ਆਕਾਸ਼ ਦੇ ਸਿਤਾਰਿਆਂ ਦੇ ਪਿੱਛੇ ਉਹ ਆਪਣਾ ਸਮੇਂ, ਐਨਰਜੀ, ਧਨ ਲਗਾ ਰਹੇ ਨੇ, ਐਵੇਂ ਰੂਹਾਨੀ ਸਿਤਾਰਿਆਂ ਨੂੰ ਵੇਖ ਆਸ਼ਚਰਯਚਕਿਤ ਹੁੰਦੇ ਰਹਿਣਗੇ। ਜਿਵੇਂ ਹੁਣ ਆਕਾਸ਼ ਵਿੱਚ ਸਿਤਾਰਾ ਨੂੰ ਵੇਖਦੇ ਨੇ, ਐਵੇਂ ਇਸ ਧਰਤੀ ਦੇ ਮੰਡਲ ਵਿੱਚ ਚਾਰੋਂ ਪਾਸੇ ਫਰਿਸ਼ਤਿਆਂ ਦੀ ਝਲਕ, ਜੋਤੀਮੈ ਸਿਤਾਰਿਆਂ ਦੀ ਝਲਕ ਵੇਖਣਗੇ, ਅਨੁਭਵ ਕਰਨਗੇ ਇਹ ਕੌਣ ਹੈ, ਕਿੱਥੋਂ ਇਸ ਧਰਤੀ ਤੇ ਆਪਣਾ ਚਮਤਕਾਰ ਵਿਖਾਣ ਆਏ ਨੇ। ਜਿਵੇਂ ਸਥਾਪਨਾ ਦੇ ਆਦਿ ਵਿੱਚ ਅਨੁਭਵ ਕੀਤਾ, ਚਾਰੋਂ ਪਾਸੇ ਬ੍ਰਹਮਾ ਤੇ ਕ੍ਰਿਸ਼ਨ ਦੇ ਸਾਖਸ਼ਾਤਕਾਰ ਦੀ ਲਹਿਰ ਫੈਲਦੀ ਗਈ। ਇਹ ਕੌਣ ਨੇ? ਇਹ ਕੀ ਵਿਖਾਈ ਦਿੰਦਾ ਹੈ? ਇਹ ਸਮਝਣ ਦੇ ਲਈ ਬਹੁਤਿਆਂ ਦਾ ਅਟੈਂਸ਼ਨ ਗਿਆ। ਐਵੇਂ ਹੁਣ ਅੰਤ ਵਿੱਚ ਚਾਰੋਂ ਪਾਸੇ ਇਹ ਦੋਵੇਂ ਰੂਪ, ਜੋਤੀ ਤੇ ਫਰਿਸ਼ਤਾ, ਉਸ ਵਿੱਚ ਬਾਪ ਦਾਦਾ ਤੇ ਬੱਚੇ, ਸਭ ਦੀ ਝਲਕ ਵਿਖਾਈ ਦੇਵੇਗੀ। ਸਾਰਿਆਂ ਦਾ ਇੱਕ ਵਿੱਚ ਤੇ ਕਈਆਂ ਦਾ ਐਸੇ ਵੱਲ ਆਪੇ ਹੀ ਧਿਆਨ ਜਾਵੇਗਾ। ਹੁਣ ਇਹ ਦਿਵਯ ਦ੍ਰਿਸ਼ ਤੁਹਾਡੇ ਸਾਰਿਆਂ ਦੇ ਸੰਪੰਨ ਬੰਨੇ ਦਾ ਰਿਹਾ ਹੋਇਆ ਹੈ। ਫਰਿਸ਼ਤੇਪਨ ਦੀ ਸਥਿਤੀ ਸਹਿਜ ਤੇ ਆਪੇ ਅਨੁਭਵ ਕਰੇ। ਉਹ ਸਾਖਸ਼ਾਤ ਫਰਿਸ਼ਤੇ ਸਾਖਸ਼ਾਤਕਾਰ ਵਿੱਚ ਵਿਖਾਈ ਦੇਣਗੇ। ਇਹ ਵਰਾ ਫਰਿਸ਼ਤਾਪਨ ਦੀ ਸਥਿਤੀ ਦੇ ਲਈ ਵਿਸ਼ੇਸ਼ ਦਿੱਤਿਆ ਹੋਇਆ ਹੈ। ਕਈ ਬੱਚੇ ਸਮਝਦੇ ਨੇ ਕਿ ਸਿਰਫ ਯਾਦ ਦਾ ਅਭਿਆਸ ਕਰਾਂਗੇ ਕਿ ਸੇਵਾ ਵੀ ਕਰਾਂਗੇ, ਜਾਂ ਸੇਵਾ ਤੋਂ ਮੁਕਤ ਹੋ ਤਪੱਸਿਆ ਵਿੱਚ ਰਹਾਂਗੇ। ਬਾਪ ਦਾਦਾ ਸੇਵਾ ਦਾ ਅਸਲ ਅਰਥ ਸੁਣਾ ਰਹੇ ਨੇ। ਸੇਵਾ ਭਾਵ ਮਤਲਬ ਹਮੇਸ਼ਾ ਹਰ ਆਤਮਾ ਦੇ ਪ੍ਰਤੀ ਸ਼ੁਭ ਭਾਵਨਾ, ਸ੍ਰੇਸ਼ਟ ਕਾਮਨਾ ਦਾ ਭਾਵ। ਸੇਵਾ ਭਾਵ ਅਰਥਾਤ ਹਰ ਆਤਮਾ ਦੀ ਭਾਵਨਾ ਪ੍ਰਮਾਣ ਫਲ ਦੇਣਾ। ਭਾਵਨਾ ਹੱਦ ਦੀ ਨਹੀਂ, ਪਰ ਸ੍ਰੇਸ਼ਟ ਭਾਵਨਾ
ਤੁਸੀਂ ਸੇਵਾਦਾਰੀਆਂ ਪ੍ਰਤੀ ਜੋ ਕੋਈ ਰੂਹਾਨੀ ਸਨੇਹ ਦੀ ਭਾਵਨਾ ਰੱਖਦੇ, ਸ਼ਕਤੀਆਂ ਦੇ ਸਹਿਯੋਗ ਦੀ ਭਾਵਨਾ ਰੱਖਦੇ, ਖੁਸ਼ੀ ਦੀ ਭਾਵਨਾ ਰੱਖਦੇ, ਸ਼ਕਤੀਆਂ ਦੇ ਪ੍ਰਾਪਤੀ ਦੀ ਭਾਵਨਾ ਰੱਖਦੇ, ਉਮੰਗ ਉਤਸ਼ਾਹ ਦੀ ਭਾਵਨਾ ਰੱਖਦੇ, ਐਵੇਂ ਵੱਖ-ਵੱਖ ਭਾਵਨਾ ਦਾ ਫਲ ਅਰਥਾਤ ਸਹਿਯੋਗ ਦੁਆਰਾ ਅਨੁਭੂਤੀ ਕਰਾਣਾ ਤਾਂ ਸੇਵਾ ਭਾਵ ਇਸ ਨੂੰ ਕਿਹਾ ਜਾਂਦਾ ਹੈ। ਸਿਰਫ ਸਪੀਚ ਕਰਕੇ ਆ ਗਏ ਜਾਂ ਗਰੁੱਪ ਸਮਝਾ ਕੇ ਆ ਗਏ, ਕੋਰਸ ਪੂਰਾ ਕਰਾ ਕੇ ਆ ਗਏ, ਸੈਂਟਰ ਖੋਲ ਕੇ ਆ ਗਏ, ਇਸ ਨੂੰ ਸੇਵਾ ਭਾਵ ਨਹੀਂ ਕਿਹਾ ਜਾਂਦਾ। ਸੇਵਾ ਮਤਲਬ ਕਿਸੇ ਵੀ ਆਤਮਾ ਦੀ ਪ੍ਰਾਪਤੀ ਦਾ ਮੇਵਾ ਅਨੁਭਵ ਕਰਾਣਾ। ਅਜਿਹੀ ਸੇਵਾ ਵਿੱਚ ਤਪੱਸਿਆ ਹਮੇਸ਼ਾ ਨਾਲ ਹੈ। ਤਪੱਸਿਆ ਦਾ ਅਰਥ ਸੁਣਾਇਆ ਨਾ, ਦ੍ਰਿੜ ਸੰਕਲਪ ਨਾਲ ਕੋਈ ਵੀ ਕੰਮ ਕਰਨਾ। ਜਿੱਥੇ ਅਸਲ ਸੇਵਾ ਭਾਵ ਹੈ ਉੱਥੇ ਤਪੱਸਿਆ ਦਾ ਭਾਵ ਵੱਖ ਨਹੀਂ। ਤਿਆਗ, ਤਪੱਸਿਆ, ਸੇਵਾ, ਇਹਨਾਂ ਤਿੰਨਾਂ ਦਾ ਕੰਬਾਈਨਡ ਰੂਪ ਸੱਚੀ ਸੇਵਾ ਹੈ। ਨਾਮਧਾਰੀ ਸੇਵਾ ਦਾ ਫਲ ਅਲੱਗ ਕਾਲ ਦਾ ਹੁੰਦਾ ਹੈ। ਉੱਥੇ ਹੀ ਸੇਵਾ ਦਾ ਤੇ ਉੱਥੇ ਹੀ ਅਲੱਗ ਕਾਲ ਦੇ ਪ੍ਰਭਾਵ ਦਾ ਫਲ ਪ੍ਰਾਪਤ ਹੋਇਆ ਤੇ ਸਮਾਪਤ ਹੋਇਆ। ਅਲੱਗ ਕਾਲ ਦੇ ਪ੍ਰਭਾਵ ਦਾ ਫਲ ਅਲੱਗ ਕਾਲ ਦੀ ਮਹਿਮਾ ਹੈ। ਬਹੁਤ ਚੰਗਾ ਭਾਸ਼ਣ ਕੀਤਾ, ਬਹੁਤ ਚੰਗਾ ਕੋਰਸ ਕਰਾਇਆ, ਬਹੁਤ ਚੰਗੀ ਸੇਵਾ ਕੀਤੀ ਤਾਂ ਚੰਗਾ ਚੰਗਾ ਕਹਿਣ ਦਾ ਅਲੱਗ ਕਾਲ ਦਾ ਫਲ ਮਿਲਿਆ ਤੇ ਉਹਨਾਂ ਨੂੰ ਮਹਿਮਾ ਸੁਣਨ ਦਾ ਅਲੱਗ ਕਾਲ ਦਾ ਫਲ ਮਿਲਿਆ। ਪਰ ਅਨੁਭੂਤੀ ਕਰਾਣਾ ਮਤਲਬ ਪਾਪ ਨਾਲ ਸੰਬੰਧ ਜੁੜਵਾਣਾ, ਸ਼ਕਤੀਸ਼ਾਲੀ ਬਣਵਾਣਾ, ਇਹ ਹੈ ਸੱਚੀ ਸੇਵਾ। ਸੱਚੀ ਸੇਵਾ ਵਿੱਚ ਤਿਆਗ, ਤਪੱਸਿਆ ਨਾ ਹੋਵੇ ਇਹ 50-50 ਵਾਲੀ ਨਹੀਂ ਪਰ 25% ਸੇਵਾ ਹੈ। ਸੱਚੇ ਸੇਵਾਦਾਰੀ ਦੀ ਨਿਸ਼ਾਨੀ ਹੈ। ਤਿਆਗ ਮਤਲਬ ਨਿਮਰਤਾ ਤੇ ਤਪੱਸਿਆ ਮਤਲਬ ਇੱਕ ਬਾਪ ਤੇ ਨਿਸ਼ਚੈ, ਨਸ਼ੇ ਵਿੱਚ ਦ੍ਰਿੜਤਾ। ਅਸਲ ਸੇਵਾ ਇਸ ਨੂੰ ਹੀ ਕਿਹਾ ਜਾਂਦਾ ਹੈ। ਬਾਪ ਦਾਦਾ ਨਿਰੰਤਰ ਸੱਚੇ ਸੇਵਾ ਧਾਰੀ ਬਣਨ ਦੇ ਲਈ ਕਹਿੰਦੇ ਨੇ, ਨਾਮ ਸੇਵਾ ਹੋਵੇ, ਆਪ ਵੀ ਡਿਸਟਰਬ ਹੋਵੇ, ਦੂਜਿਆਂ ਨੂੰ ਵੀ ਡਿਸਟਰਬ ਕਰੋ। ਇਹ ਸੇਵਾ ਤੋਂ ਮੁਕਤ ਹੋਣ ਦੇ ਲਈ ਬਾਪ ਦਾਦਾ ਕਹਿ ਰਹੇ ਨੇ। ਐਵੇਂ ਦੀ ਸੇਵਾ ਨਾਲੋਂ ਤਾਂ ਨਾ ਕਰਨਾ ਹੀ ਚੰਗਾ ਹੈ, ਕਿਉਂਕਿ ਸੇਵਾ ਦਾ ਵਿਸ਼ੇਸ਼ ਗੁਣ ਸੰਤੁਸ਼ਟਤਾ ਹੈ। ਜਿੱਥੇ ਸੰਤੁਸ਼ਟਤਾ ਨਹੀਂ, ਭਾਵੇਂ ਆਪਣੇ ਨਾਲ ਭਾਵੇਂ ਸੰਪਰਕ ਵਾਲਿਆਂ ਨਾਲ, ਉਹ ਸੇਵਾ ਨਾ ਆਪਣੇ ਆਪ ਨੂੰ ਫਲ ਦੀ ਪ੍ਰਾਪਤੀ ਕਰਾਏਗੀ ਨਾ ਦੂਜਿਆਂ ਨੂੰ। ਇਸ ਨਾਲ ਤੁਸੀਂ ਆਪਣੇ ਆਪ ਨੂੰ ਪਹਿਲੇ ਸੰਤੁਸ਼ਟ ਮਣੀ ਬਣਾ ਕੇ ਫਿਰ ਸੇਵਾ ਵਿੱਚ ਆਓ, ਉਹ ਚੰਗਾ ਹੈ। ਨਹੀਂ ਤਾਂ ਸੂਖਮ ਬੋਝ ਜ਼ਰੂਰ ਹੈ, ਉਹ ਕਈ ਪ੍ਰਕਾਰ ਦਾ ਬੋਝ ਉੜਦੀ ਕਲਾ ਵਿੱਚ ਵਿਘਨ ਬਣ ਜਾਂਦਾ ਹੈ। ਬੋਝ ਚੜਾਉਣਾ ਨਹੀਂ ਹੈ, ਬੋਝ ਤਾਂ ਉਤਾਰਨਾ ਹੈ। ਜਦੋਂ ਅਜਿਹਾ ਸਮਝਦੇ ਹੋ ਕਿ ਇਸ ਨਾਲੋਂ ਤਾਂ ਏਕਾਂਤਵਾਸੀ ਬਣਨਾ ਚੰਗਾ ਹੈ, ਕਿਉਂਕਿ ਏਕਾਂਤਵਾਸੀ ਬਣਨ ਨਾਲ ਆਪਣਾ ਪਰਿਵਰਤਨ ਦਾ ਅਟੈਂਸ਼ਨ ਜਾਵੇਗਾ, ਤਾਂ ਬਾਪ ਦਾਦਾ ਜੋ ਤਪੱਸਿਆ ਕਹਿ ਰਹੇ ਨੇ ਉਹ ਸਿਰਫ ਦਿਨ ਰਾਤ ਬੈਠੇ ਬੈਠੇ ਤਪੱਸਿਆ ਦੇ ਲਈ ਨਹੀਂ ਕਹਿ ਰਹੇ ਨੇ। ਤਪੱਸਿਆ ਵਿੱਚ ਬੈਠਣਾ ਵੀ ਸੇਵਾ ਹੀ ਹੈ। ਲਾਈਟ ਹਾਊਸ, ਮਾਈਟ ਹਾਊਸ ਬਣ ਸ਼ਾਂਤੀ ਦੀਆਂ, ਸ਼ਕਤੀ ਦੀਆਂ ਕਿਰਨਾਂ ਦਾ ਵਾਯੂ ਮੰਡਲ ਬਣਾਉਣਾ ਹੈ। ਤਪੱਸਿਆ ਦੇ ਨਾਲ ਨਾਲ ਮਨਸਾ ਸੇਵਾ ਜੁੜੀ ਹੋਈ ਹੈ, ਵੱਖਰੀ ਨਹੀਂ ਹੈ। ਨਹੀਂ ਤਾਂ ਤਪੱਸਿਆ ਕੀ ਕਰੋਗੇ? ਸ੍ਰੇਸ਼ਟ ਆਤਮਾ ਬ੍ਰਾਹਮਣ ਆਤਮਾ ਹੋ ਗਏ। ਹੁਣ ਤਪੱਸਿਆ ਮਤਲਬ ਖੁਦ ਸਰਵ ਸ਼ਕਤੀਆਂ ਨਾਲ ਸੰਪੰਨ ਬਣ ਦ੍ਰਿੜ ਸਥਿਤੀ, ਦ੍ਰਿੜ ਸੰਕਲਪ ਦੁਆਰਾ ਵਿਸ਼ਵ ਦੀ ਸੇਵਾ ਕਰਨਾ। ਸਿਰਫ ਵਾਣੀ ਦੀ ਸੇਵਾ ਨਹੀਂ ਹੈ। ਜਿਸ ਤਰ੍ਹਾਂ ਸੁਖ, ਸ਼ਾਂਤੀ, ਪਵਿੱਤਰਤਾ ਦਾ ਆਪਸ ਵਿੱਚ ਸੰਬੰਧ ਹੈ, ਉਸੇ ਤਰ੍ਹਾਂ ਤਿਆਗ, ਤਪੱਸਿਆ, ਸੇਵਾ ਦਾ ਵੀ ਸੰਬੰਧ ਹੈ। ਬਾਪ ਦਾਦਾ ਤਪਸਵੀ ਰੂਪ ਮਤਲਬ ਸ਼ਕਤੀਸ਼ਾਲੀ ਸੇਵਾਧਾਰੀ ਰੂਪ ਬਣਾਉਣ ਦੇ ਲਈ ਕਹਿੰਦੇ ਨੇ। ਤਪਸਵੀ ਰੂਪ ਦੀ ਦ੍ਰਿਸ਼ਟੀ ਵੀ ਸੇਵਾ ਕਰਦੀ ਹੈ। ਉਹਨਾਂ ਦਾ ਸ਼ਾਂਤ ਸਰੂਪ ਚਿਹਰਾ ਵੀ ਸੇਵਾ ਕਰਦਾ ਹੈ। ਤਪਸਵੀ ਮੂਰਤ ਦੇ ਦਰਸ਼ਨ ਮਾਤਰ ਨਾਲ ਹੀ ਪ੍ਰਾਪਤੀਆਂ ਦੀ ਅਨੁਭੂਤੀ ਹੁੰਦੀ ਹੈ। ਇਸ ਲਈ ਅੱਜ ਕੱਲ੍ਹ ਵੇਖੋ, ਜੋ ਹੱਠ ਨਾਲ ਤਪੱਸਿਆ ਕਰਦੇ ਨੇ, ਉਹਨਾਂ ਦੇ ਦਰਸ਼ਨ ਦੇ ਲਈ ਕਿੰਨੀ ਭੀੜ ਹੋ ਜਾਂਦੀ ਹੈ। ਇਹ ਤੁਹਾਡੀ ਤਪੱਸਿਆ ਦਾ ਯਾਦਗਾਰ ਅੰਤ ਤੱਕ ਚੱਲਿਆ ਆ ਰਿਹਾ ਹੈ। ਤਾਂ ਸਮਝਿਆ ਸੇਵਾ ਭਾਵ ਕਿਸ ਨੂੰ ਕਿਹਾ ਜਾਂਦਾ ਹੈ? ਸੇਵਾ ਭਾਵ ਮਤਲਬ ਸਰਵ ਦੀਆਂ ਕਮਜ਼ੋਰੀਆਂ ਦੇ ਸਮਾਨ ਦਾ ਭਾਵ, ਕਮਜ਼ੋਰੀਆਂ ਦਾ ਸਾਹਮਣਾ ਕਰਨ ਦਾ ਭਾਵ ਨਹੀਂ, ਸਮਾਉਣ ਦਾ ਭਾਵ, ਖੁਦ ਸਹਿਣ ਕਰ ਦੂਜਿਆਂ ਨੂੰ ਸ਼ਕਤੀ ਦੇਣ ਦਾ ਭਾਵ। ਇਸ ਲਈ ਸਹਿਣ ਸ਼ਕਤੀ ਕਿਹਾ ਜਾਂਦਾ ਹੈ। ਸਹਿਣ ਕਰਨਾ, ਸ਼ਕਤੀ ਭਰਨਾ,
ਤੇ ਸ਼ਕਤੀ ਦੇਣਾ ਹੈ। ਸਹਿਨ ਕਰਨਾ ਮਰਨਾ ਨਹੀਂ ਹੈ। ਕਈ ਸੋਚਦੇ ਨੇ ਅਸੀਂ ਤਾਂ ਸਹਿਨ ਕਰਦੇ ਕਰਦੇ ਮਰ ਹੀ ਜਾਵਾਂਗੇ, ਕੀ ਸਾਨੂੰ ਮਰਨਾ ਹੀ ਹੈ ਕਿ? ਪਰ ਇਹ ਮਰਨਾ ਨਹੀਂ ਹੈ। ਇਹ ਸਭ ਦੇ ਦਿਲਾਂ ਵਿੱਚ ਸਨੇਹ ਦੇ ਨਾਲ ਜਿਉਣਾ ਹੈ। ਕਿਵੇਂ ਦਾ ਵੀ ਵਿਰੋਧੀ ਹੋਵੇ, ਰਾਵਣ ਤੋਂ ਵੀ ਤੇਜ਼ ਹੋਵੇ, ਇੱਕ ਵਾਰੀ ਨਹੀਂ 100 ਵਾਰ ਵੀ ਸਹਿਨ ਕਰਨਾ ਪਵੇ, ਫਿਰ ਵੀ ਸਹਿਨ ਸ਼ਕਤੀ ਦਾ ਫਲ ਅਵਿਨਾਸ਼ੀ ਤੇ ਮਿੱਠਾ ਹੋਵੇਗਾ। ਉਹ ਵੀ ਜ਼ਰੂਰ ਬਦਲ ਜਾਵੇਗਾ। ਸਿਰਫ ਇਹ ਭਾਵ ਨਹੀਂ ਰੱਖੋ ਮੈਂ ਇੰਨਾ ਸਹਿਨ ਕੀਤਾ, ਇਹ ਵੀ ਤਾਂ ਕੁਝ ਕਰੇ। ਅਲਪਕਾਲ ਦੇ ਫਲ ਦੀ ਭਾਵਨਾ ਨਾ ਰੱਖੋ, ਰਹਿਮ ਭਾਵ ਰੱਖੋ। ਇਸ ਨੂੰ ਕਿਹਾ ਜਾਂਦਾ ਹੈ ਸੇਵਾ ਭਾਵ ਤੇ ਐਸਵਰੇ। ਇਸ ਤਰ੍ਹਾਂ ਦੀ ਸੱਚੀ ਸੇਵਾ ਦਾ ਸਬੂਤ ਦੇ ਕੇ ਸਪੂਤ ਦੀ ਲਿਸਟ ਵਿੱਚ ਆਉਣ ਦਾ ਗੋਲਡਨ ਚਾਂਸ ਦੇ ਰਹੇ ਨੇ ਐਸਵਰੇ। ਇਹ ਨਹੀਂ ਵੇਖਿਆ ਮੇਲਾ ਜਾਂ ਫੰਕਸ਼ਨ ਬਹੁਤ ਚੰਗਾ ਕੀਤਾ, ਪਰ ਸੰਤੁਸ਼ਟ ਮਣੀਆਂ ਬਣ ਸੰਤੁਸ਼ਟਤਾ ਦੀ ਸੇਵਾ ਵਿੱਚ ਨੰਬਰ ਅੱਗੇ ਜਾਣਾ ਹੈ। ਵਿਘਨ ਵਿਨਾਸ਼ਕ ਟਾਈਟਲ ਦੀ ਸੈਰਾਮਨੀ ਵਿੱਚ ਇਨਾਮ ਲੈਣਾ ਹੈ। ਸਮਝਿਆ? ਨਸ਼ਟੋ ਮੋਹਾ ਸਮ੍ਰਿਤੀ ਸਰੂਪ। ਤਾਂ 18 ਵਰਿਆਂ ਦੀ ਸਮਾਪਤੀ ਦਾ ਇਹ ਵਿਸ਼ੇਸ਼ ਸੰਪੰਨ ਬਣਨ ਦਾ ਪਾਠ ਸਵਰੂਪ ਵਿੱਚ ਵਿਖਾਓ। ਇਸ ਨੂੰ ਕਿਹਾ ਜਾਂਦਾ ਹੈ ਬਾਪ ਸਮਾਨ ਬਣਨਾ। ਅੱਛਾ, ਸਦਾ ਚਮਕਦੇ ਹੋਏ ਰੂਹਾਨੀ ਸਿਤਾਰਿਆਂ ਨੂੰ ਹਮੇਸ਼ਾ ਸੰਤੁਸ਼ਟਤਾ ਦੀ ਲਹਿਰ ਫੈਲਾਉਣ ਵਾਲੀਆਂ ਸੰਤੁਸ਼ਟ ਮਣੀਆਂ ਨੂੰ ਹਮੇਸ਼ਾ ਇੱਕ ਹੀ ਸਮੇਂ ਤੇ ਤਿਆਗ, ਤਪੱਸਿਆ, ਸੇਵਾ ਦਾ ਪ੍ਰਭਾਵ ਪਾਉਣ ਵਾਲੇ ਪ੍ਰਭਾਵਸ਼ਾਲੀ ਆਤਮਾਵਾਂ ਨੂੰ ਹਮੇਸ਼ਾ ਸਰਵ ਆਤਮਾਵਾਂ ਨੂੰ ਰੂਹਾਨੀ ਭਾਵਨਾ ਦਾ ਰੂਹਾਨੀ ਫਲ ਦੇਣ ਵਾਲੇ ਬੀਜ ਸਰੂਪ ਬਾਪ ਸਮਾਨ ਸ੍ਰੇਸ਼ਟ ਬੱਚਿਆਂ ਨੂੰ ਬਾਪ ਦਾਦਾ ਦਾ ਸੰਪੰਨ ਬਣਨ ਦਾ ਯਾਦ ਪਿਆਰ ਤੇ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਹੁਣ ਪੰਜਾਬ ਤੇ ਹਰਿਆਣਾ ਜ਼ੋਨ ਦੇ ਭਾਈ ਭੈਣ ਅਵਿਅਕਤ ਬਾਪ ਦਾਦਾ ਨਾਲ ਮੁਲਾਕਾਤ ਕਰ ਰਹੇ ਨੇ। ਬਾਬਾ ਬੋਲੇ ਹਮੇਸ਼ਾ ਆਪਣੇ ਆਪ ਨੂੰ ਅਚਲ ਅਡੋਲ ਆਤਮਾਵਾਂ ਅਨੁਭਵ ਕਰਦੀਆਂ ਹੋ। ਕਿਸੇ ਵੀ ਤਰ੍ਹਾਂ ਦੀ ਹਲਚਲ ਵਿੱਚ ਅਚਲ ਰਹਿਣਾ ਇਹੀ ਸ੍ਰੇਸ਼ਟ ਬ੍ਰਾਹਮਣ ਆਤਮਾਵਾਂ ਦੀ ਨਿਸ਼ਾਨੀ ਹੈ। ਦੁਨੀਆ ਹਲਚਲ ਵਿੱਚ ਹੋਵੇ ਪਰ ਤੁਸੀਂ ਸ੍ਰੇਸ਼ਟ ਆਤਮਾਵਾਂ ਹਲਚਲ ਵਿੱਚ ਨਹੀਂ ਆ ਸਕਦੀਆਂ। ਕਿਉਂ? ਕਿਉਂਕਿ ਡਰਾਮਾ ਦੀ ਹਰ ਸੀਨ ਨੂੰ ਜਾਣਦੇ ਹੋ। ਨਾਲੇਜਫੁਲ ਆਤਮਾਵਾਂ, ਪਾਵਰਫੁਲ ਆਤਮਾਵਾਂ ਹਮੇਸ਼ਾ ਆਪੇ ਹੀ ਅਚਲ ਰਹਿੰਦੀਆਂ ਨੇ। ਕਦੇ ਵਾਯੂਮੰਡਲ ਤੋਂ ਘਬਰਾਉਂਦੇ ਤਾਂ ਨਹੀਂ ਹੋ। ਨਿਰਭੈ ਹੋਣਾ, ਸ਼ਕਤੀਆਂ ਨਿਰਭੈ ਹੋ ਜਾਂ ਥੋੜਾ ਥੋੜਾ ਡਰ ਲੱਗਦਾ ਹੈ, ਕਿਉਂਕਿ ਇਹ ਤਾਂ ਪਹਿਲੇ ਤੋਂ ਹੀ ਸਥਾਪਨਾ ਦੇ ਸਮੇਂ ਤੋਂ ਹੀ ਜਾਣਦੇ ਹੋ ਕਿ ਭਾਰਤ ਵਿੱਚ ਸਿਵਲ ਵਾਰ ਹੋਣੀ ਹੀ ਹੈ। ਇਹ ਸ਼ੁਰੂ ਦੇ ਚਿੱਤਰਾਂ ਵਿੱਚ ਤੁਹਾਨੂੰ ਵਿਖਾਇਆ ਹੋਇਆ ਹੈ, ਤਾਂ ਜੋ ਵਿਖਾਇਆ ਹੈ ਉਹ ਹੋਣਾ ਤਾਂ ਜ਼ਰੂਰ ਹੈ। ਭਾਰਤ ਦਾ ਪਾਰਟ ਵੀ ਸਿਵਲ ਵਾਰ ਤੋਂ ਹੈ, ਇਸ ਲਈ ਨਥਿੰਗ ਨਿਊ ਹੈ। ਜਾਂ ਘਬਰਾ ਜਾਂਦੇ ਹੋ ਕੀ ਹੋਇਆ, ਕਿਵੇਂ ਹੋਇਆ, ਇਹ ਹੋਇਆ। ਸਮਾਚਾਰ ਸੁਣਦੇ ਵੇਖਦੇ ਡਰਾਮਾ ਦੀ ਬਣੀ ਹੋਈ ਭਾਵੀ ਨੂੰ ਸ਼ਕਤੀਸ਼ਾਲੀ ਬਣ ਵੇਖਦੇ ਤੇ ਹੋਰਾਂ ਨੂੰ ਸ਼ਕਤੀ ਦਿੰਦੇ। ਇਹੀ ਕੰਮ ਹੈ ਨਾ ਤੁਹਾਡਾ ਸਭ ਦਾ। ਦੁਨੀਆ ਵਾਲੇ ਘਬਰਾਉਂਦੇ ਰਹਿੰਦੇ ਤੇ ਤੁਸੀਂ ਉਹਨਾਂ ਆਤਮਾਵਾਂ ਵਿੱਚ ਸ਼ਕਤੀ ਭਰਦੇ ਜੋ ਵੀ ਸੰਪਰਕ ਵਿੱਚ ਆਵੇ ਉਹਨਾਂ ਨੂੰ ਸ਼ਕਤੀ ਦਾ ਦਾਨ ਦਿੰਦੇ ਚਲੋ। ਹੁਣ ਸਮੇਂ ਹੈ ਅਸ਼ਾਂਤੀ ਦੇ ਸਮੇਂ ਸ਼ਾਂਤੀ ਦੇਣ ਦਾ, ਤਾਂ ਸ਼ਾਂਤੀ ਦੇ ਮੈਸੇਂਜਰ ਹੋਣਾ, ਸ਼ਾਂਤੀ ਦੂਤ ਗਾਏ ਹੋਏ ਹੋਣਾ। ਤਾਂ ਕਦੇ ਵੀ ਕਿਸੇ ਦੀ ਵੀ ਰਹਿੰਦੇ ਹੋ, ਚਲਦੇ ਹੋ, ਸਦਾ ਆਪਣੇ ਆਪ ਨੂੰ ਸ਼ਾਂਤੀ ਦੇ ਦੂਤ ਸਮਝ ਕੇ ਚਲੋ। ਸ਼ਾਂਤੀ ਦੇ ਦੂਤ ਹਾਂ, ਸ਼ਾਂਤੀ ਦਾ ਸੰਦੇਸ਼ ਦੇਣ ਵਾਲੇ ਹਾਂ, ਤਾਂ ਖੁਦ ਵੀ ਸ਼ਾਂਤੀ ਦਾ ਸਰੂਪ ਸ਼ਕਤੀਸ਼ਾਲੀ ਹੋਵਾਂਗੇ। ਦੂਜਿਆਂ ਨੂੰ ਵੀ ਦਿੰਦੇ ਰਹੋਗੇ। ਉਹ ਅਸ਼ਾਂਤੀ ਦੇਣ, ਤੁਸੀਂ ਸ਼ਾਂਤੀ ਦਿਓ। ਉਹ ਅੱਗ ਲਗਾਉਣ, ਤੁਸੀਂ ਪਾਣੀ ਪਾਓ। ਇਹੀ ਕੰਮ ਹੈ ਨਾ। ਇਸ ਨੂੰ ਕਹਿੰਦੇ ਨੇ ਸੱਚੇ ਸੇਵਾਧਾਰੀ। ਤਾਂ ਅਜਿਹੇ ਸਮੇਂ ਤੇ ਇਸ ਦੀ ਬਹੁਤ ਜ਼ਰੂਰਤ ਹੈ। ਸਰੀਰ ਤਾਂ ਵਿਨਾਸ਼ੀ ਹੈ, ਪਰ ਆਤਮਾ ਸ਼ਕਤੀਸ਼ਾਲੀ ਹੁੰਦੀ ਹੈ। ਤਾਂ ਹੀ ਇੱਕ ਸਰੀਰ ਛੱਡ ਦੂਜੇ ਵਿੱਚ ਜਾਂਦੀ ਹੈ, ਦੂਜੇ ਵਿੱਚ ਯਾਦ ਦੀ ਪ੍ਰਲਬਧ ਚਲਦੀ ਰਹਿੰਦੀ ਹੈ। ਇਸ ਲਈ ਅਵਿਨਾਸ਼ੀ ਪ੍ਰਾਪਤੀ ਕਰਾਉਂਦੇ ਰਹੋ। ਤਾਂ ਤੁਸੀਂ ਕੌਣ ਹੋ? ਸ਼ਾਂਤੀ ਦੇ ਦੂਤ ਹੋ, ਸ਼ਾਂਤੀ ਦੇ ਮੈਸੇਂਜਰ, ਮਾਸਟਰ, ਸ਼ਾਂਤੀ ਦਾਤਾ। ਇਹ ਸਮ੍ਰਿਤੀ ਸਦਾ ਰਹਿੰਦੀ ਹੈ ਨਾ। ਸਦਾ ਆਪਣੇ ਆਪ ਨੂੰ
ਇਸ ਸਮ੍ਰਿਤੀ ਨਾਲ ਅੱਗੇ ਵਧਾਉਂਦੇ ਚਲੋ, ਦੂਜਿਆਂ ਨੂੰ ਵੀ ਅੱਗੇ ਵਧਾਓ। ਇਹੀ ਸੇਵਾ ਹੈ। ਗਵਰਨਮੈਂਟ ਦੇ ਕੋਈ ਵੀ ਨਿਯਮ ਹੁੰਦੇ ਨੇ, ਉਹਨਾਂ ਨੂੰ ਪਾਲਨ ਕਰਨਾ ਹੀ ਪੈਂਦਾ ਹੈ। ਜਦੋਂ ਥੋੜਾ ਵੀ ਸਮੇਂ ਮਿਲਦਾ ਹੈ, ਮਨਸਾ ਨਾਲ, ਵਾਣੀ ਨਾਲ ਸੇਵਾ ਜ਼ਰੂਰ ਕਰੋ। ਹੁਣ ਮਨਸਾ ਸੇਵਾ ਦੀ ਤਾਂ ਬਹੁਤ ਜ਼ਰੂਰਤ ਹੈ, ਪਰ ਜਦੋਂ ਆਪਣੇ ਵਿੱਚ ਸ਼ਕਤੀ ਭਰੀ ਹੋਵੇਗੀ ਤਾਂ ਹੀ ਦੂਜਿਆਂ ਨੂੰ ਦੇ ਸਕਾਂਗੇ। ਤਾਂ ਸ਼ਾਂਤੀ ਦਾਤਾ ਦੇ ਬੱਚੇ, ਸ਼ਾਂਤੀ ਦਾਤਾ ਬਣੋ। ਦਾਤਾ ਵੀ ਹੋ, ਵਿਧਾਤਾ ਵੀ ਹੋ। ਚਲਦੇ ਫਿਰਦੇ ਯਾਦ ਰਹੇ, ਮੈਂ ਮਾਸਟਰ ਸ਼ਾਂਤੀ ਦਾਤਾ, ਮਾਸਟਰ ਸ਼ਾਂਤੀ ਦਾਤਾ ਹਾਂ। ਇਸ ਸਮ੍ਰਿਤੀ ਵਿੱਚ ਅਨੇਕ ਆਤਮਾਵਾਂ ਨੂੰ ਵਾਈਬ੍ਰੇਸ਼ਨ ਦਿੰਦੇ ਰਹੋ। ਉਹ ਮਹਿਸੂਸ ਕਰਨਗੇ ਕਿ ਇਹਨਾਂ ਦੇ ਤਾਂ ਸੰਪਰਕ ਵਿੱਚ ਆਉਣ ਨਾਲ ਸ਼ਾਂਤੀ ਦੀ ਅਨੁਭੂਤੀ ਹੋ ਰਹੀ ਹੈ। ਇਹ ਵਰਦਾਨ ਯਾਦ ਰੱਖਣਾ ਕਿ ਬਾਪ ਸਮਾਨ ਮਾਸਟਰ ਸ਼ਾਂਤੀ ਦਾਤਾ, ਸ਼ਕਤੀ ਦਾਤਾ ਬਣਨਾ ਹੈ। ਸਾਰੇ ਬਹਾਦਰ ਹੋਣਾ। ਹਲਚਲ ਵਿੱਚ ਵੀ ਵਿਅਰਥ ਸੰਕਲਪ ਨਹੀਂ ਚੱਲਣ, ਕਿਉਂਕਿ ਵਿਅਰਥ ਸੰਕਲਪ ਸਮਰਥ ਬਣਨ ਨਹੀਂ ਦੇਣਗੇ। ਕੀ ਹੋਵੇਗਾ? ਇਹ ਤਾਂ ਨਹੀਂ ਹੋਵੇਗਾ ਨਾ। ਇਹ ਸਭ ਵਿਅਰਥ ਹੈ। ਜੋ ਹੋਵੇਗਾ ਉਸ ਨੂੰ ਸ਼ਕਤੀਸ਼ਾਲੀ ਹੋ ਕੇ ਵੇਖੋ। ਦੂਜਿਆਂ ਨੂੰ ਵੀ ਸ਼ਕਤੀ ਦਿਓ। ਇਹ ਵੀ ਸਾਈਡ ਸੀਨ ਆਉਂਦੀ ਹੈ। ਇਹ ਵੀ ਬਾਈ ਪਲਾਂਟ ਚੱਲ ਰਿਹਾ ਹੈ। ਬਾਈ ਪਲਾਂਟ ਸਮਝ ਕੇ ਵੇਖੋ ਤਾਂ ਕਦੇ ਘਬਰਾਓਗੇ ਨਹੀਂ। ਅੱਛਾ, ਫਿਰ ਅੰਮ੍ਰਿਤ ਵੇਲੇ ਵਿਦਾਈ ਦੇ ਸਮੇਂ ਬਾਬਾ ਬੋਲੇ, ਇਹ ਸੰਗਮ ਯੁੱਗ ਅੰਮ੍ਰਿਤ ਵੇਲਾ ਹੈ। ਪੂਰਾ ਹੀ ਸੰਗਮ ਯੁੱਗ ਅੰਮ੍ਰਿਤ ਵੇਲਾ ਹੋਣ ਦੇ ਕਾਰਨ ਇਸ ਸਮੇਂ ਦੇ ਲਈ ਮਹਾਨਤਾ ਗਾਈ ਜਾਂਦੀ ਹੈ। ਪਰ ਪੂਰਾ ਹੀ ਸੰਗਮ ਯੁੱਗ ਮਤਲਬ ਅੰਮ੍ਰਿਤ ਵੇਲਾ, ਮਤਲਬ ਡਾਇਮੰਡ ਮਾਰਨਿੰਗ। ਹਮੇਸ਼ਾ ਬਾਪ ਬੱਚਿਆਂ ਦੇ ਨਾਲ ਹੈ ਤੇ ਬੱਚੇ ਬਾਪ ਦੇ ਨਾਲ ਹੈ। ਇਸ ਲਈ ਬੇਹੱਦ ਦੀ ਡਾਇਮੰਡ ਮਾਰਨਿੰਗ ਹੈ। ਬਾਪ ਦਾਦਾ ਹਮੇਸ਼ਾ ਕਹਿੰਦੇ ਨੇ, ਪਰ ਵਿਅਕਤ ਰੂਪ ਵਿੱਚ ਵਿਅਕਤ ਦੇਸ਼ ਦੇ ਹਿਸਾਬ ਤੋਂ ਅੱਜ ਵੀ ਸਾਰੇ ਬੱਚਿਆਂ ਨੂੰ ਹਮੇਸ਼ਾ ਨਾਲ ਰਹਿਣ ਦੀ ਗੁੱਡ ਮਾਰਨਿੰਗ ਕਰ ਰਹੇ ਨੇ। ਗੋਲਡਨ ਮਾਰਨਿੰਗ ਕਹੋ, ਡਾਇਮੰਡ ਮਾਰਨਿੰਗ, ਜੋ ਵੀ ਕਹੋ, ਉਹ ਬਾਪ ਦਾਦਾ ਸਾਰੇ ਬੱਚਿਆਂ ਨੂੰ ਦੇ ਰਹੇ ਨੇ। ਤੁਸੀਂ ਵੀ ਡਾਇਮੰਡ ਹੋ ਤੇ ਵਾਯੂਮੰਡਲ ਵੀ ਡਾਇਮੰਡ ਬਣਾਉਣਾ ਹੈ। ਇਸ ਲਈ ਹਮੇਸ਼ਾ ਨਾਲ ਰਹਿਣ ਦੀ ਡਾਇਮੰਡ ਮਾਰਨਿੰਗ। ਅੱਛਾ, ਅੱਜ ਦਾ ਵਰਦਾਨ ਹੈ 5 ਤੱਤਾਂ ਤੇ 5 ਵਿਕਾਰਾਂ ਨੂੰ ਆਪਣਾ ਸੇਵਾਦਾਰੀ ਬਣਾਉਣ ਵਾਲੇ ਮਾਇਆ ਜੀਤ ਸਵਰਾਜ ਅਧਿਕਾਰੀ ਭਵ। 5 ਤੱਤਾਂ ਤੇ 5 ਵਿਕਾਰਾਂ ਨੂੰ ਆਪਣਾ ਸੇਵਾਦਾਰੀ ਬਣਾਉਣ ਵਾਲੇ ਮਾਇਆ ਜੀਤ ਸਵਰਾਜ ਅਧਿਕਾਰੀ ਭਵ। ਜਿਵੇਂ ਸਤਜੁਗ ਵਿੱਚ ਵਿਸ਼ਵ ਮਹਾਰਾਜਾ ਵਿਸ਼ਵ ਮਹਾਰਾਣੀ ਦੀ ਰਾਜਾਈ ਡਰੈਸ ਨੂੰ ਪਿੱਛੋਂ ਤੋਂ ਦਾਸੀਆਂ ਉਠਾਉਂਦੇ ਨੇ, ਐਵੇਂ ਸੰਗਮ ਯੁੱਗ ਤੇ ਹੁਣ ਬੱਚੇ ਜਦੋਂ ਮਾਇਆ ਜੀਤ ਸਵਰਾਜਿਆ ਅਧਿਕਾਰੀ ਬਣ ਟਾਈਟਲ ਰੂਪੀ ਡਰੈਸ ਤੋਂ ਸਜੇ ਸਜਾਏ ਰਹੋਗੇ ਤਾਂ ਇਹ 5 ਤੱਤ 5 ਵਿਕਾਰ ਤੁਹਾਡੀ ਡਰੈਸ ਨੂੰ ਪਿੱਛੋਂ ਤੋਂ ਉਠਾਣਗੇ, ਮਤਲਬ ਅਧੀਨ ਹੋ ਕੇ ਚੱਲਣਗੇ। ਇਸ ਦੇ ਲਈ ਦ੍ਰਿੜ ਸੰਕਲਪ ਦੀ ਬੈਲਟ ਨਾਲ ਟਾਈਟਲ ਦੀ ਡਰੈਸ ਨੂੰ ਟਾਈਟ ਕਰੋ। ਵੱਖ-ਵੱਖ ਡਰੈਸ ਸ਼ਿੰਗਾਰ ਦੇ ਸੈੱਟ ਤੋਂ ਸੱਜ ਧੱਜ ਕੇ ਬਾਪ ਨਾਲ ਰਹੋ। ਇਹ ਵਿਕਾਰ ਤੇ ਤੱਤਵ ਪਰਿਵਰਤਨ ਹੋ ਸਹਿਯੋਗੀ ਸੇਵਾਦਾਰੀ ਹੋ ਜਾਣਗੇ। ਸਲੋਗਨ ਹੈ, ਜਿਨ੍ਹਾਂ ਗੁਣਾਂ ਤੇ ਸ਼ਕਤੀਆਂ ਦਾ ਵਰਣਨ ਕਰਦੇ ਹੋ ਉਹਨਾਂ ਦੇ ਅਨੁਭਵ ਵਿੱਚ ਖੋ ਜਾਓ। ਅਨੁਭਵ ਹੀ ਸਭ ਤੋਂ ਵੱਡੀ ਅਥਾਰਟੀ ਹੈ। ਜਿਨ੍ਹਾਂ ਗੁਣਾਂ ਤੇ ਸ਼ਕਤੀਆਂ ਦਾ ਵਰਣਨ ਕਰਦੇ ਹੋ ਓਨੇ ਹੀ ਅਨੁਭਵ ਵਿੱਚ ਖੋ ਜਾਓ। ਅਨੁਭਵ ਹੀ ਸਭ ਤੋਂ ਵੱਡੀ ਅਥਾਰਟੀ ਹੈ। ਅੱਛਾ, ਓਮ ਸ਼ਾਂਤੀ।